ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ ਹੈ ਵੀ ਸਚ। ਨਾਨਕ ਹੋਸੀ ਵੀ ਸਚ। ਜੇਤਾ ਜੀਉ ਪਿੰਡ ਸਭ ਤੇਰਾ ਸੋ ਅੰਤਰਜਾਮੀ ਪੁਰਬ ਭਗਵਾਨ। ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੂੰ ਕਰੀ ਬਖਿਆਨ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ। 42 ਲੱਖ ਜੀ ਜਲ ਮੈਂ ਹੋਤੇ ਬਿਠਲ ਪਹਿਲਾ ਕਾਏ ਕਰੋ। ਜਤਰ ਜਾਉ ਤਤ ਬਿਠਲ ਪਹਿਲਾ ਮਹਾ ਆਨੰਦ ਕਰੇ ਸਦ ਕੇਲਾ ਰਹਾਉ। ਆਨੀ ਲੈ ਫੂਲ ਪਰੋਈ ਲੈ ਮਾਲਾ ਠਾਕਰ ਕੀਓ ਪੂਜ ਕਰੋ। ਪਹਿਲੇ ਬਾਸ ਲਈਐ ਭਵਰੈ ਬੀਠਲ ਪਹਿਲਾ ਕਾਏ ਕਰੋ। ਆਨੀ ਲੈ ਦੂਧ ਰਿਧਾਈ ਲੈ ਖੀਰੰ ਠਾਕੁਰ ਕੋ ਨੈਵੇਦ ਕਰੋ। ਪਹਿਲੇ ਦੂਧ ਵਿਟਾਰਿਓ ਬਛਰੈ ਬੀਠਲ ਪਹਿਲਾ ਪਾ ਕਾਏ ਕਰੋ। ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਥਾਨ ਤਨੰਤਰ ਨਾਮਾ ਪਰਣਵੈ ਪੂਰ ਰਿਓ ਤੂੰ ਸਰਵਮਈ। ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ। ਥਾਨ ਤਨੰਤਰ ਨਾਮਾ ਪਰਣਵੈ ਪੂਰ ਰਿਓ ਤੂੰ ਸਰਵਮਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦੇ ਤਹਿਤ ਭਗਤ ਨਾਮਦੇਵ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 485 ਤੇ ਸੁਭਾਏਮਾਨ ਹੈ, ਅੰਕਿਤ ਹੈ। ਇਸ ਪਾਵਨ ਸ਼ਬਦ ਦੇ ਦੁਆਰਾ ਭਗਤ ਨਾਮਦੇਵ ਜੀ ਜੋ ਉਪਦੇਸ਼ ਕਰ ਰਹੇ ਹਨ, ਸੰਸਾਰ ਦੇ ਅੰਦਰ ਆਪਾਂ ਵੇਖਦੇ ਹਾਂ ਜਿੰਨੇ ਵੀ ਹੋਰ ਧਰਮ ਹਨ, ਉਹਨਾਂ ਦੇ ਵਿੱਚ ਇਹ ਗੱਲ ਆਖੀ ਗਈ ਹੈ ਕਿ ਪਰਮਾਤਮਾ, ਕਿਸੇ ਨੇ ਆਖਿਆ ਹੈ ਖੀਰ ਸਮੁੰਦਰ ਦੇ ਵਿੱਚ ਸ਼ੇਸ਼ ਨਾਗ ਦੀ ਸੇਜਾ ਦੇ ਉੱਪਰ ਮਹਾਵਿਸ਼ਨੂੰ ਜੋ ਪਰਮਾਤਮਾ ਹੈ ਉਹ ਲੇਟਿਆ ਹੋਇਆ ਹੈ। ਕਿਸੇ ਨੇ ਆਖਿਆ ਹੈ ਪਰਮਾਤਮਾ ਸਤਵੇਂ ਅਸਮਾਨ ਤੇ ਬੈਠਾ ਹੈ। ਅਕਸਰ ਆਪਾਂ ਵੀ ਇਹ ਕਹਿ ਦਿੰਦੇ ਹਾਂ ਕਿ ਉੱਪਰ ਵਾਲਾ ਵੇਖ ਰਿਹਾ ਹੈ, ਭਾਵ ਜੋ ਪਰਮਾਤਮਾ ਉੱਪਰ ਬੈਠਾ ਹੈ ਸਾਡੇ। ਪਰ ਇਹ ਨਹੀਂ ਪਤਾ ਵੀ ਉਹ ਕਿੰਨਾ ਕੁ ਉੱਪਰ ਹੈ।
ਅਕਸਰ ਇਹ ਜ਼ੁਬਾਨ ਵਿੱਚੋਂ ਬੋਲ ਨਿਕਲਦੇ ਨੇ, ਉੱਪਰ ਵਾਲਾ ਵੇਖ ਰਿਹਾ ਹੈ। ਭਾਵ ਕਿ ਲੋਕਾਂ ਨੇ ਇਹ ਮੰਨਿਆ ਹੈ ਪਰਮਾਤਮਾ ਵਾਹਿਗੁਰੂ ਨਿਰੰਕਾਰ ਖੁਦਾ ਕਿਤੇ ਦੂਰ ਸਾਡੇ ਤੋਂ ਬੈਠਾ ਹੋਇਆ ਹੈ। ਇੱਥੋਂ ਅੱਗੇ ਹੋਰ ਜੇ ਆਪਾਂ ਵੇਖੀਏ ਤੇ ਮਨੁੱਖ ਫਿਰ ਇਹਨੇ ਥੋੜ੍ਹਾ ਜਿਹਾ ਹੋਰ ਨੇੜੇ ਆਖਿਆ, ਜਦੋਂ ਕਿਤੇ ਕੋਈ ਮੰਦਰ, ਮਸਜਿਦ, ਗੁਰਦੁਆਰਾ ਜਾਂ ਪਰਮਾਤਮਾ ਦੇ ਨਾਮ 'ਤੇ ਕੋਈ ਵੀ ਦਿਵਾਲੇ ਬਣਿਆ ਤੇ ਆਖਣਾ ਕੀਤਾ ਇਹ ਪਰਮਾਤਮਾ ਦਾ ਘਰ ਹੈ। ਭਾਵ ਕਿ ਮਨੁੱਖ ਫਿਰ ਵੀ ਭਰਮ ਵਿੱਚ ਪਿਆ ਰਿਹਾ ਕਿ ਇਹ ਗੁਰਦੁਆਰਾ, ਇਹ ਮਸਜਿਦ, ਇਹ ਮੰਦਰ, ਇਹ ਠਾਕੁਰ ਦੁਆਰਾ, ਇਹ ਪਰਮਾਤਮਾ ਦਾ ਘਰ ਹੈ। ਜੇ ਆਪਾਂ ਇਹ ਮੰਨ ਲਈਏ ਕਿ ਇਹ ਪਰਮਾਤਮਾ ਦਾ ਘਰ ਹੈ ਤੇ ਬਾਕੀ ਸੰਸਾਰ ਫਿਰ ਕਿਸੇ ਹੋਰ ਦਾ ਹੋਇਆ, ਕਿਉਂਕਿ ਜਦੋਂ ਆਪਾਂ ਇਹ ਗੱਲ ਪਰਮਾਤਮਾ ਨਾਲ ਜੋੜ ਦੇਵਾਂਗੇ ਕਿ ਇਹ ਖੁਦਾ ਦਾ, ਇਹ ਪਰਮਾਤਮਾ ਦਾ, ਇਹ ਪਰਮੇਸ਼ਵਰ ਦਾ, ਭਗਵਾਨ ਦਾ ਘਰ ਹੈ, ਤਾਂ ਕੁਦਰਤੀ ਗੱਲ ਹੈ ਕਿ ਬਾਕੀ ਜਿਹੜਾ ਹੈ ਉਹ ਪਰਮਾਤਮਾ ਦਾ ਨਹੀਂ ਹੈ। ਧਰਮ ਦੀ ਦੁਨੀਆ ਦੇ ਵਿੱਚ ਇਸ ਤਰ੍ਹਾਂ ਬੜਾ ਭਰਮ ਪਾਇਆ ਗਿਆ। ਜਿਤਨੇ ਵੀ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਅੰਕਿਤ ਹੈ, ਉਹਨਾਂ ਨੇ ਇਹੀ ਗੱਲ ਆਖੀ ਪਰਮਾਤਮਾ ਕਿਤੇ ਦੂਰ ਨਹੀਂ ਹੈ। ਇੱਕ ਸੰਨਿਆਸੀ ਭਗਤ ਨਾਮਦੇਵ ਜੀ ਦੇ ਕੋਲ ਆ ਕੇ ਉਹਨਾਂ ਨੂੰ ਕਹਿਣ ਲੱਗਾ ਕਿ ਭਗਤ ਜੀ, ਤੁਹਾਡੀ ਮਹਿਮਾ ਬੜੀ ਸੁਣੀ ਹੈ, ਪਰ ਤੁਸੀਂ ਕੋਈ ਠਾਕਰ ਦੀ ਪੂਜਾ ਤਾਂ ਕਰਦੇ ਨਹੀਂ ਹੋ। ਤੁਹਾਨੂੰ ਚਾਹੀਦਾ ਹੈ ਠਾਕੁਰ ਦੀ ਪੂਜਾ ਕਰਨੀ ਚਾਹੀਦੀ ਹੈ। ਕਿਹੜਾ ਠਾਕੁਰ? ਜੋ ਮੰਦਰ ਦੇ ਵਿੱਚ ਪੱਥਰ ਦੇ ਰੂਪ ਵਿੱਚ ਪਿਆ ਹੋਇਆ ਹੈ, ਜੋ ਕਿਸੇ ਮੂਰਤੀ ਦੇ ਰੂਪ ਦੇ ਵਿੱਚ ਹੈ ਜਾਂ ਕਿਸੇ ਹੋਰ ਰੂਪ ਦੇ ਵਿੱਚ ਹੈ। ਤੇ ਭਗਤ ਨਾਮਦੇਵ ਜੀ ਕਹਿੰਦੇ, ਭਲਿਆ ਮੈਂ ਤਾਂ ਉਸ ਠਾਕੁਰ ਦੀ ਪੂਜਾ ਕਰਦਾ ਹਾਂ ਜੋ ਸਾਰੇ ਪਾਸੇ ਪਰਿਪੂਰਨ ਹੋ ਕੇ ਵਰਤ ਰਿਹਾ ਹੈ। ਫਿਰ ਜੋ ਤੁਸੀਂ ਪੂਜਾ ਦੀ ਸਮੱਗਰੀ ਕਹਿੰਦੇ ਹੋ, ਕਿਸੇ ਵੀ ਤਰ੍ਹਾਂ ਦਾ ਕਰਮ ਕਾਂਡ, ਉਹ ਕਰਨ ਦੀ ਲੋੜ ਨਹੀਂ ਹੈ। ਪਰਮਾਤਮਾ ਤਾਂ ਸਾਰਿਆਂ ਵਿੱਚ ਬੈਠਾ ਹੋਇਆ, ਆਪ ਹੀ ਉਹ ਸਾਰਾ ਕੁਝ ਕਰ ਰਿਹਾ ਹੈ। ਵਾ ਸਾਰੀ ਸ੍ਰਿਸ਼ਟੀ ਦੇ ਜੀਵ ਹੀ ਉਹਦੀ ਪੂਜਾ ਕਰ ਰਹੇ ਹਨ। ਇਹੀ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਨਨਾਥ ਦੇ ਪੰਡਿਆਂ ਨੂੰ ਵੀ ਆਖਦੇ ਨੇ। ਮਹਾਰਾਜ ਕਹਿੰਦੇ, ਵੇਖੋ ਸਾਰਾ ਬ੍ਰਹਿਮੰਡ ਉਸ ਵਾਹਿਗੁਰੂ ਭਗਵਾਨ ਪਰਮੇਸ਼ਵਰ ਦੀ, ਖੁਦਾ ਦੀ, ਅਕਾਲ ਪੁਰਖ ਦੀ ਆਰਤੀ ਕਰ ਰਿਹਾ ਹੈ। ਤੁਸੀਂ ਇਹ ਕੀ ਛੋਟੀਆਂ ਛੋਟੀਆਂ ਆਰਤੀਆਂ ਕਰਦੇ ਹੋ? ਉਸ ਵੱਡੀ ਆਰਤੀ ਦੇ ਵਿੱਚ ਸ਼ਾਮਲ ਹੋਵੋ। ਉਹਦੇ ਵਾਸਤੇ ਤੁਹਾਨੂੰ ਆਪਣੇ ਅੰਦਰ ਝਾਤੀ ਮਾਰਨੀ ਪਵੇਗੀ, ਅੰਦਰ ਜਾਣਾ ਪਵੇਗਾ। ਪਰ ਆਪਾਂ ਵੇਖਦੇ ਹਾਂ ਅਕਸਰ ਮਨੁੱਖ ਨੇ ਪਰਮਾਤਮਾ ਨੂੰ ਜਾਂ ਤਾਂ ਕਿਤੇ ਸੱਤਵੇਂ ਅਸਮਾਨ 'ਤੇ, ਜਾਂ ਉਹਨੂੰ ਕਿਤੇ ਖੀਰ ਸਮੁੰਦਰ ਦੇ ਵਿੱਚ, ਤੇ ਜਾਂ ਫਿਰ ਉਹਨੂੰ ਕਿਸੇ ਮੰਦਰ, ਮਸਜਿਦ, ਕਿਸੇ ਗੁਰਦੁਆਰੇ ਦੇ ਅੰਦਰ ਬਿਠਾ ਦਿੱਤਾ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਵੀ ਬਚਨ ਕਰਦੇ ਨੇ ਕਿ ਭਰਮ ਦੇ ਵਿੱਚ ਪਏ ਹੋਏ ਲੋਕ ਜਿਨ੍ਹਾਂ ਨੇ ਆਖਿਆ ਪਰਮਾਤਮਾ ਕਿਤੇ ਦੂਰ ਹੈ, ਉਹ ਫਿਰ ਲੱਭਣ ਵਾਸਤੇ ਵੀ ਸੰਸਾਰ ਨੂੰ ਛੱਡ ਕੇ ਦੂਰ ਚਲੇ ਗਏ, ਜੰਗਲਾਂ ਦੇ ਵਿੱਚ, ਕੋਈ ਪਹਾੜਾਂ ਦੇ ਵਿੱਚ। ਮਹਾਰਾਜ ਜੀ ਦੇ ਬਚਨ ਨੇ, ਕਹਿੰਦੇ ਪਾਤਸ਼ਾਹ ਜੀ ਕਹਿੰਦੇ, ਭਾਈ ਜੰਗਲਾਂ ਵਿੱਚ ਤੁਸੀਂ ਕੀ ਲੈਣ ਚੱਲੇ ਹੋ? ਜਿਵੇਂ ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ ਜੰਗਲ ਕਿਆ ਢੂੰਡੇ। ਕਹਿੰਦੇ ਐਵੇਂ ਜੰਗਲਾਂ ਨੂੰ ਗਾਂਹਦਾ ਫਿਰਦਾ ਹੈ, ਜਿਸ ਰੱਬ ਨੂੰ ਲੱਭਣ ਤੁਰਿਆ ਉਹ ਤਾਂ ਤੇਰੇ ਹਿਰਦੇ ਦੇ ਵਿੱਚ ਵਸਦਾ ਹੈ।
ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਰੱਬ ਦਾ ਮਾਰਗ ਕਰਮਕਾਂਡੀ ਲੋਕਾਂ ਨੇ ਬੜਾ ਜਟਲ ਬਣਾਤਾ, ਬੜਾ ਸਖਤ ਜਿਹਾ ਕਰ ਦਿੱਤਾ ਵੀ ਜੇ ਤੁਸੀਂ ਰੱਬ ਨੂੰ ਮਿਲਣਾ ਹੈ ਤੁਹਾਨੂੰ ਪਰਿਵਾਰ ਛੱਡਣਾ ਪਏਗਾ, ਤੁਹਾਨੂੰ ਇਹ ਕੁਝ ਕਰਨਾ ਪਵੇਗਾ ਤਾਂ ਰੱਬ ਮਿਲੇਗਾ। ਪਰ ਸਤਿਗੁਰੂ ਬਾਣੀ ਵਿੱਚ ਕਹਿੰਦੇ, ਭਾਈ ਨਾ ਤਾਂ ਤੁਹਾਨੂੰ ਪਰਿਵਾਰ ਛੱਡਣ ਦੀ ਲੋੜ ਹੈ, ਬਲਕਿ ਪਰਿਵਾਰ ਦੇ ਵਿੱਚ ਬਹਿ ਕੇ ਬਾਣੀ ਪੜ੍ਹੋ, ਬੱਚਿਆਂ ਨੂੰ ਕੋਲ ਬਿਠਾ ਕੇ ਨਾਮ ਜਪੋ, ਬਾਣੀ ਪੜ੍ਹੋ। ਅਤੇ ਮਹਾਰਾਜ ਕਹਿੰਦੇ ਤੁਸੀਂ ਪਰਿਵਾਰ ਦੇ ਵਿੱਚ ਰਹਿੰਦਿਆਂ ਹੀ ਮੁਕਤ ਹੋ ਜਾਵੋਗੇ, ਬੰਧਨਾਂ ਤੋਂ ਰੱਬ ਮਿਲ ਜਾਵੇਗਾ। ਮਹਾਰਾਜ ਜੀ ਦੇ ਉਹ ਬਚਨ ਆਪਾਂ ਪੜ੍ਹਦੇ ਹਾਂ, ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਪੈ ਨੰਦਿਆਂ, ਖੇਲੰਦਿਆਂ ਖਾਵੰਦਿਆਂ, ਵਿੱਚੇ ਹੋਵੇ ਮੁਕਤ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸ਼ਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਪਰਿਵਾਰ ਦੇ ਵਿੱਚ ਰਹਿੰਦਿਆਂ, ਸੰਸਾਰ ਦੇ ਵਿੱਚ ਰਹਿੰਦਿਆਂ ਹੀ ਰੱਬ ਮਿਲੇਗਾ। ਕਾਹੇ ਰੇ ਬਨ ਖੋਜਣ ਜਾਈ, ਮਹਾਰਾਜ ਕਹਿੰਦੇ ਜੰਗਲ ਕਾਸ ਤੋਂ ਖੋਜਣ ਚੱਲਿਆ ਹੈ। ਅਤੇ ਅੱਗੋਂ ਸਵਾਲ ਦਾ ਜਵਾਬ ਆਇਆ, ਜੀ ਮੈਂ ਤਾਂ ਰੱਬ ਨੂੰ ਮਿਲਣ ਚੱਲਿਆ। ਮਹਾਰਾਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਜੋ ਵਾਹਿਗੁਰੂ ਸਾਰਿਆਂ ਤੋਂ ਨਿਰਲੇਪ ਹੈ, ਜਿਹਦਾ ਸਾਰੇ ਪਾਸੇ ਵਾਸ ਹੈ, ਉਹ ਤੇਰੇ ਅੰਦਰ ਵੀ ਤਾਂ ਵਸਦਾ ਹੈ। ਅਤੇ ਮਹਾਰਾਜ ਅੱਗੇ ਵੇਖੋ ਪ੍ਰਮਾਣ ਕੈਸਾ ਸੁੰਦਰ ਦਿੰਦੇ ਨੇ, ਪੋਹ ਮਧ ਜਿਉਂ ਬਾਸ ਵਸਤ ਹੈ, ਮੁਕਰ ਮਾਏ ਜੈਸੇ ਸ਼ਾਈ। ਜਿਵੇਂ ਫੁੱਲਾਂ ਦੇ ਵਿੱਚ ਖੁਸ਼ਬੂ ਵਸਦੀ ਹੈ, ਅਤੇ ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਮੂੰਹ ਚਿਹਰਾ ਦਿਸਦਾ ਹੈ, ਪਰ ਦੋ ਗੱਲਾਂ ਹੋਣ, ਨਾ ਅਸੀਂ ਫੁੱਲਾਂ ਦੀ ਸੁਗੰਧੀ ਲੈ ਸਕਦੇ ਹਾਂ ਅਤੇ ਨਾ ਅਸੀਂ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖ ਸਕਦੇ ਹਾਂ। ਫੁੱਲਾਂ ਦੇ ਵਿੱਚ ਭਾਵੇਂ ਸੁਗੰਧੀ ਹੈ, ਪਰ ਜੇ ਸਾਡੀ ਨਾਸਿਕਾ ਵਿੱਚ ਰੋਗ ਹੈ, ਜੇ ਮਨੁੱਖ ਨੂੰ ਜ਼ੁਕਾਮ ਆਦਿ ਲੱਗਾ ਜਾਂ ਕੋਈ ਹੋਰ ਰੋਗ ਹੈ, ਉਹ ਫੁੱਲਾਂ ਦੀ ਸੁਗੰਧੀ ਨਹੀਂ ਲੈ ਸਕੇਗਾ। ਇਹਦਾ ਭਾਵ ਇਹ ਨਹੀਂ ਕਿ ਫੁੱਲਾਂ ਦੇ ਵਿੱਚ ਸੁਗੰਧੀ ਨਹੀਂ ਹੈ, ਫੁੱਲਾਂ ਵਿੱਚ ਸੁਗੰਧੀ ਹੈ, ਪਰ ਨਾਸਿਕਾ ਦੇ ਵਿੱਚ ਰੋਗ ਹੋਣ ਕਰਕੇ ਸੁਗੰਧੀ ਨਹੀਂ ਆ ਰਹੀ। ਫਿਰ ਕੀ ਕਰਨਾ ਪਵੇਗਾ? ਆਪਣਾ ਇਲਾਜ ਕਰਾਉਣਾ ਪਵੇਗਾ। ਸ਼ੀਸ਼ਾ ਸਾਹਮਣੇ ਹੈ, ਪਰ ਆਪਾਂ ਸ਼ੀਸ਼ੇ ਵੱਲ ਪਿੱਠ ਕਰ ਲਈਏ, ਸਾਨੂੰ ਸਾਡਾ ਚਿਹਰਾ ਨਹੀਂ ਦਿਖਾਈ ਦੇਵੇਗਾ, ਭਾਵੇਂ ਸ਼ੀਸ਼ਾ ਬਹੁਤ ਵਧੀਆ ਲੱਗਾ ਹੋਵੇ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਸਾਡੇ ਅੰਦਰ ਹੈ, ਅਸੀਂ ਰੋਗੀ ਹੋ ਗਏ ਵਿਸ਼ੇ ਵਿਕਾਰਾਂ ਦੇ, ਅਸੀਂ ਪਿੱਠ ਕਰ ਲਈ ਪਰਮਾਤਮਾ ਵੱਲ, ਇਸ ਕਰਕੇ ਸਾਨੂੰ ਦਿਖਾਈ ਨਹੀਂ ਦਿੰਦਾ। ਗੁਰੂ ਦਾ ਸ਼ਬਦ ਸ਼ੀਸ਼ਾ ਹੈ, ਗੁਰੂ ਦਾ ਸ਼ਬਦ ਦਰਪਣ ਹੈ। ਇੱਕ ਸਿੱਖ ਪੰਥ ਦੇ ਮਹਾਨ ਵਿਦਵਾਨ ਹੋਏ ਨੇ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ। ਟੀਕੇ ਬਹੁਤ ਸਾਰੇ ਵਿਦਵਾਨਾਂ ਨੇ ਕੀਤੇ ਨੇ, ਇੱਕ ਟੀਕਾ ਕੀਤਾ ਹੈ ਪ੍ਰੋਫੈਸਰ ਸਾਹਿਬ ਸਿੰਘ ਨੇ, ਬੜਾ ਸੋਹਣਾ ਉਹਨਾਂ ਨੇ ਟੀਕਾ ਕੀਤਾ ਗੁਰਬਾਣੀ ਦਾ, ਅਤੇ ਉਹਦਾ ਨਾਂ ਰੱਖਿਆ ਦਰਪਣ। ਉਸ ਟੀਕੇ ਦਾ ਨਾਮ ਹੈ ਦਰਪਣ। 10 ਭਾਗਾਂ ਦੇ ਵਿੱਚ ਉਹ ਟੀਕਾ ਮਿਲਦਾ ਹੈ। ਦਰਪਣ ਮੈਨੇ ਸ਼ੀਸ਼ਾ, ਗੁਰੂ ਦਾ ਸ਼ਬਦ ਇੱਕ ਦਰਪਣ ਹੈ, ਸ਼ੀਸ਼ਾ ਹੈ। ਜਦੋਂ ਤੂੰ ਗੁਰੂ ਦੇ ਸ਼ਬਦ ਦੇ ਸਨਮੁਖ ਹੋ ਜਾਵੇਂਗਾ, ਤੈਨੂੰ ਆਪਣਾ ਅਸਲੀ ਰੂਪ ਦਿਖਾਈ ਦੇਵੇਗਾ। ਅਸਲੀ ਰੂਪ ਕੀ ਹੈ? ਕਹੋ ਕਬੀਰੇ ਰਾਮ ਕੀ ਅੰਸ। ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਤਾਂ ਰੱਬ ਦੀ ਅੰਸ਼ ਹੈ, ਰੱਬ ਦਾ ਹੀ ਰੂਪ ਹੈ, ਇਹ ਤਾਂ ਕੋਈ ਭੇਦ ਹੈ ਹੀ ਨਹੀਂ, ਕੋਈ ਫਰਕ ਨਹੀਂ ਹੈ।
ਪਰ ਜਦੋਂ ਤੱਕ ਸ਼ੀਸ਼ੇ ਦੇ ਸਨਮੁਖ ਨਹੀਂ ਹੁੰਦਾ ਆਪਣਾ ਚਿਹਰਾ ਨਹੀਂ ਦਿਖਾਈ ਦਿੰਦਾ। ਇਸੇ ਤਰ੍ਹਾਂ ਜਦੋਂ ਤੱਕ ਗੁਰੂ ਦੇ ਸ਼ਬਦ ਦੇ ਸਨਮੁਖ ਨਹੀਂ ਆਪਾਂ ਹੁੰਦੇ ਸਾਨੂੰ ਰੱਬ ਨਹੀਂ ਦਿਖਾਈ ਦੇਵੇਗਾ। ਭਾਵੇਂ ਰੱਬ ਕੋਲ ਬੈਠਾ ਹੈ, ਭਾਵੇਂ ਸ਼ੀਸ਼ਾ ਕੋਲ ਹੈ, ਪਿੱਠ ਕਰ ਲਈ, ਪਰ ਸਾਨੂੰ ਆਪਣਾ ਚਿਹਰਾ ਨਹੀਂ ਦਿਖਾਈ ਦੇਵੇਗਾ। ਬਸ ਥੋੜ੍ਹਾ ਜਿਹਾ ਹੀ ਪਾਸਾ ਵਟਣਾ ਹੈ, ਸ਼ੀਸ਼ੇ ਦੇ ਸਨਮੁਖ ਹੁੰਦਿਆਂ ਹੀ ਚਿਹਰਾ ਆਪਣਾ ਅਸਲੀ ਰੂਪ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਸੰਸਾਰ ਵੱਲੋਂ ਬਿਰਤੀ ਨੂੰ ਹਟਾ ਕੇ ਸ਼ਬਦ ਵਾਲੇ ਪਾਸੇ ਲਾ ਦਈਏ। ਆਪਾਂ ਕੰਮ ਧੰਦਾ ਕਰਨਾ ਹੈ, ਪਰਿਵਾਰ ਦੇ ਕਾਰੋਬਾਰ ਸੰਸਾਰ ਦੇ, ਤੇ ਮਹਾਰਾਜ ਕਹਿੰਦੇ ਤੈਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਅਕਸਰ ਬੇਨਤੀ ਕਰੀਦੀ ਹੈ, ਜਿਵੇਂ ਕੋਈ ਸਾਡਾ ਭਰਾ, ਕੋਈ ਭੈਣ, ਬੀਬੀ, ਕੋਈ ਟੀਚਰ ਹੈ, ਕੋਈ ਬੈਂਕ ਵਿੱਚ ਜੋਬ ਕਰਦਾ ਹੈ, ਕੋਈ ਕਿਤੇ ਅਫਸਰ ਲੱਗਾ ਹੈ। ਆਪਾਂ ਘਰ ਤੋਂ ਜਾਣਾ ਹੈ ਨਾ, ਆਪਣੀ ਜੋਬ 'ਤੇ, ਨੌਕਰੀ 'ਤੇ, ਦਫ਼ਤਰ ਵਿੱਚ, ਫੈਕਟਰੀ ਵਿੱਚ, ਕਿਤੇ ਵੀ ਆਪਾਂ ਕੰਮ ਕਰਨ ਜਾਂਦੇ ਹਾਂ। ਘਰ ਤੋਂ ਪਾਠ ਗੁਰੂ ਘਰ ਸ਼ੁਰੂ ਕਰ ਲਓ, ਜਪਜੀ ਸਾਹਿਬ ਦਾ, ਚੌਪਈ ਸਾਹਿਬ ਜੀ ਦਾ। ਜਿੰਨਾ ਵੀ ਸਫ਼ਰ ਹੈ, ਸਮਾਂ ਓਨਾ 1 2 4 ਪਾਠ ਮੂਲ ਮੰਤਰ ਦਾ ਜਾਪ ਸ਼ੁਰੂ ਕਰ ਲਓ। ਆਉਂਦਿਆਂ ਵੀ ਤਾਂ ਇਸ ਤਰ੍ਹਾਂ ਕਿੰਨਾ ਸਮਾਂ ਨਿਤਨੇਮ ਹੋ ਗਿਆ। ਉੱਠਦਿਆਂ ਬਹਿੰਦਿਆਂ ਮਹਾਰਾਜ ਨੇ ਬਾਣੀ ਵਿੱਚ ਕਹਿ ਦਿੱਤਾ ਹੈ, ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰਿ ਗਾਈਐ। ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਤੇਰੀ ਬਿਰਤੀ ਰੱਬ ਵੱਲ ਹੋਣੀ ਚਾਹੀਦੀ ਹੈ। ਮਾਰਗ ਵਿੱਚ ਚੱਲਦਿਆਂ ਆਪਾਂ ਗੁਰੂ ਘਰ ਆਉਣਾ ਹੈ, ਘਰੋਂ ਤੁਰੇ ਹਾਂ, ਮੰਨ ਲਓ ਆਪਾਂ ਨੂੰ 5-6 ਮਿੰਟ ਲੱਗਣੇ ਨੇ, ਚੌਪਈ ਸਾਹਿਬ ਜੀ ਦਾ ਪਾਠ ਹੋ ਜਾਏਗਾ ਆਰਾਮ ਨਾਲ। ਇੱਕ ਪਾਠ ਆਉਂਦਿਆਂ ਹੋ ਗਿਆ, ਇੱਕ ਜਾਂਦਿਆਂ ਹੋ ਗਿਆ, 2 ਪਾਠ ਤੁਹਾਡੇ ਤਾਂ ਰੋਜ਼ ਦੇ ਹੀ ਹੋ ਗਏ, ਸਵੇਰ ਦੇ 2 ਸ਼ਾਮ ਦੇ ਹੋ ਗਏ, ਜੇ ਕੋਈ ਸਵੇਰੇ ਸ਼ਾਮ ਆਉਂਦਾ ਹੈ ਤਾਂ। ਜੇ ਇੱਕ ਟਾਈਮ ਵੀ ਆ ਰਿਹਾ ਤਾਂ 2 ਪਾਠ ਹੋ ਗਏ। ਜੇ ਸਫ਼ਰ ਲੰਮਾ ਹੈ ਥੋੜ੍ਹਾ ਜਿਹਾ ਤੇ ਜਪਜੀ ਸਾਹਿਬ ਦਾ ਪਾਠ ਕਰ ਲਓ, ਜਾਂ ਚੌਪਈ ਸਾਹਿਬ ਜੀ ਦੇ 2 ਜਾਂ 4 ਪਾਠ ਹੋ ਜਾਣ, 8-10 ਪਾਠ ਤਾਂ ਇੱਦਾਂ ਹੀ ਹੋ ਗਏ। ਤਾਂ ਜਦੋਂ ਕੋਈ ਇਸ ਤਰ੍ਹਾਂ ਬਾਣੀ ਵਾਲੇ ਪਾਸੇ ਆਪਣੀ ਸੁਰਤ ਨੂੰ ਜੋੜ ਲਵੇਗਾ, ਉਹਨੂੰ ਫਿਰ ਰੱਬ ਨੂੰ ਕਿਤੇ 7ਵੇਂ ਅਸਮਾਨ 'ਤੇ ਜਾਂ ਕਿਤੇ ਹੋਰ ਲੱਭਣ ਦੀ ਲੋੜ ਨਹੀਂ ਹੈ। ਮਹਾਰਾਜ ਕਹਿੰਦੇ, ਪੋਪ ਮਦ ਜਿਉ ਬਾਸ ਵਸਤੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਦੋਂ ਤੱਕ ਆਪਣੇ ਆਪ ਨੂੰ ਨਹੀਂ ਪਛਾਣਦਾ ਉਦੋਂ ਤੱਕ ਕੋਈ ਗੱਲ ਨਹੀਂ ਬਣਦੀ। ਤਾਂ ਉਹ ਸੰਨਿਆਸੀ ਭਗਤ ਨਾਮਦੇਵ ਜੀ ਨੂੰ ਕਹਿਣ ਲੱਗਾ ਵੀ ਤੁਸੀਂ ਇੱਦਾਂ ਦੀ ਪੂਜਾ ਕਰੋ। ਭਗਤ ਨਾਮਦੇਵ ਜੀ ਉਸ ਨੂੰ ਉਪਦੇਸ਼ ਕਰ ਰਹੇ ਨੇ, ਸਮਝਾ ਰਹੇ ਨੇ, ਭਲਿਆ ਤੂੰ ਸਾਰੇ ਪਾਸੇ ਨਿਗਾਹ ਮਾਰ ਕੇ ਵੇਖ, ਰੱਬ ਦੀ ਪੂਜਾ ਤਾਂ ਹੋ ਰਹੀ ਹੈ। ਸਾਰੇ ਜੀਵਾਂ ਵਿੱਚ ਬੈਠਾ ਹੋਇਆ ਉਹ ਸਾਰਾ ਕੁਝ ਵਰਤਾ ਰਿਹਾ ਹੈ, ਦੇਖ ਰਿਹਾ ਹੈ। ਤੋ ਭਗਤ ਨਾਮਦੇਵ ਜੀ ਫਰਮਾਨ ਕਰ ਰਹੇ ਨੇ, ਆਸਾ ਰਾਗ ਦਾ ਨਾਮ ਹੈ। ਆਨੀ ਲੈ ਕੁੰਭ ਭਰਾਈ ਲੈ ਉਦਕ, ਠਾਕੁਰ ਕੋ ਇਸ਼ਨਾਨ ਕਰੋ। ਮੈਂ ਜਲ ਲਿਆ ਕੇ ਘੜਾ, ਕੁੰਭ ਮੈਨੇ ਘੜਾ ਲਿਆਵਾਂ ਪਾਣੀ ਦਾ ਭਰ ਕੇ, ਕਾਹਦੇ ਵਾਸਤੇ? ਠਾਕੁਰ ਨੂੰ ਇਸ਼ਨਾਨ ਕਰਾਉਣਾ ਜੀ, ਠਾਕੁਰ ਨੂੰ ਇਸ਼ਨਾਨ ਕਰਾਉਣਾ ਹੈ। ਆਪਾਂ ਵੇਖਦੇ ਹਾਂ ਮਨੁੱਖ ਇੱਦਾਂ ਦੇ ਕਰਮ ਕਰਦਾ ਹੈ, ਪਰ ਜਿਹੜਾ ਰੱਬ ਮਨੁੱਖ ਦੇ ਅੰਦਰ ਬੈਠਾ ਹੈ, ਮਨੁੱਖ ਦੇ ਅੰਦਰੋਂ ਰੱਬ ਨਹੀਂ ਵੇਖਦਾ। 10ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਮੇਂ ਦੀ ਇੱਕ ਘਟਨਾ ਹੈ। ਇੱਕ ਮੋਹਨਾ ਅਤੇ ਸੋਹਣਾ ਨਾਮ ਦੇ 2 ਪਤੀ ਪਤਨੀ ਠਾਕੁਰ ਦੀ ਪੂਜਾ ਕਰਦੇ ਨੇ, ਪਹਾੜਾਂ ਦੇ ਵਿੱਚ ਰਹਿੰਦੇ ਨੇ, ਪਹਾੜੀ ਇਲਾਕਾ ਹੈ। ਰੋਜ਼ ਉਹਨਾਂ ਦਾ ਨੇਮ ਹੈ, ਬੜੀ ਬੰਦਗੀ ਵਾਲੇ ਹਨ, ਕਿ ਜਾ ਕੇ ਸੁੱਚਾ ਜਲ ਲਿਆ ਕੇ ਠਾਕੁਰ ਨੂੰ ਇਸ਼ਨਾਨ ਕਰਾ ਕੇ ਫਿਰ ਪਾਠ ਪੂਜਾ ਕਰਦੇ ਨੇ ਲੰਮਾ ਸਮਾਂ, ਫਿਰ ਆਪਣੀ ਦਿਨ ਚਰਿਆ ਕਿਰਿਆ ਕਰਦੇ ਨੇ।
ਬਹੁਤਾ ਸਮਾਂ ਦਿਨ ਦਾ ਵੀ ਉਹਨਾਂ ਦਾ ਬੰਦਗੀ ਵਿੱਚ ਲੰਘਦਾ ਹੈ। ਰਾਤ ਨੂੰ ਹਨੇਰੇ ਦੇ ਵਿੱਚ ਸਵਖਤੇ ਹੀ ਚਲੇ ਜਾਂਦੇ ਨੇ। 2-2:30 ਵਜੇ ਉੱਠ ਕੇ ਜਲ ਲਿਆ ਕੇ ਫਿਰ ਇਸ਼ਨਾਨ ਕਰਾਉਂਦੇ ਨੇ, ਫਿਰ ਪਾਠ ਪੂਜਾ ਕਰਦੇ ਨੇ। ਕਾਫੀ ਸਮਾਂ ਲੰਘ ਜਾਂਦਾ ਹੈ। ਇੱਕ ਦਿਨ ਕੀ ਹੋਇਆ ਕਿ ਇੱਕ ਸਿੱਖ ਉਹ ਜ਼ਖਮੀ ਹੋ ਗਿਆ। ਕਾਹਦੇ ਵਾਸਤੇ? ਕਿ ਕੋਈ ਲੋਕ ਗਰੀਬ ਯਾਤਰੀ ਲੰਘੇ ਜਾ ਰਹੇ ਸਨ, ਉਹਨਾਂ 'ਤੇ ਚੋਰਾਂ ਡਾਕੂਆਂ ਨੇ ਹਮਲਾ ਕਰ ਦਿੱਤਾ ਤੇ ਸਿੰਘ ਸ਼ਸਤਰਬੱਧ ਉਹਨੂੰ ਪਤਾ ਲੱਗ ਗਿਆ। ਉਹ ਕਿਤੇ ਨੇੜੇ ਸੀ, ਉਹਨੇ ਉਹਨਾਂ ਡਾਕੂਆਂ ਦਾ ਮੁਕਾਬਲਾ ਕੀਤਾ ਤੇ ਉਹ ਜਿਹੜੇ ਲੋਕ ਸੀ ਉਹਨਾਂ ਨੂੰ ਬਚਾ ਲਿਆ। ਡਾਕੂਆਂ ਨੂੰ ਭਜਾਤਾ, ਪਰ ਉਹ ਲੜਦਾ ਕਾਫੀ ਜ਼ਖਮੀ ਹੋ ਗਿਆ। ਜ਼ਖਮੀ ਹੋ ਗਿਆ ਤੇ ਡਿੱਗ ਪਿਆ ਉੱਥੇ ਰਸਤੇ ਦੇ ਵਿੱਚ। ਹੁਣ ਉਹ ਜਿਹੜੇ ਦੋਵੇਂ ਦੰਪਤੀ ਨੇ, ਇਸਤਰੀ ਪਤੀ ਪਤਨੀ ਨੇ, ਉਹ ਜਲ ਲੈ ਕੇ ਸਵੇਰੇ ਤੜਕੇ 2:30-3 ਵਜੇ ਦੇ ਕਰੀਬ ਆ ਰਹੇ ਨੇ ਤੇ ਉਹ ਸਿੱਖ ਬੇਹੋਸ਼ ਹੋਇਆ, ਡਿੱਗਿਆ ਤੇ ਉਹਨੂੰ ਮਾੜੀ ਜਿਹੀ ਹੋਸ਼ ਹੋਈ। ਕਿਉਂਕਿ ਜਦੋਂ ਉਹ ਯਾਤਰੀ ਲੰਘ ਗਏ, ਉਹ ਡਾਕੂਆਂ ਨਾਲ ਲੜਦਾ ਰਿਹਾ, ਕਾਫੀ ਟਾਈਮ ਰੋਕ ਕੇ ਰੱਖਿਆ ਡਾਕੂਆਂ ਨੂੰ। ਉਹ ਲੰਘ ਗਏ ਯਾਤਰੀ, ਤਾਂ ਉਹ ਡਾਕੂਆਂ ਨੇ ਕਾਫੀ ਉਹਨੂੰ ਸੱਟਾਂ ਮਾਰੀਆਂ, ਜਾਣੀ ਕਿ ਅਧਮੋਇਆ ਕਰਕੇ ਸੁੱਟ ਗਏ। ਉਹਨੂੰ ਹੋਸ਼ ਆਈ, ਉਹ ਪਾਣੀ ਮੰਗਦਾ ਹੈ, ਪਰ ਉਹ ਜੰਗਲ ਦੇ ਵਿੱਚ ਕੌਣ, ਪਹਾੜਾਂ ਇਲਾਕੇ ਦੇ ਵਿੱਚ ਕੌਣ ਪਾਣੀ ਦੇਵੇ। ਉਹ ਦੋਵੇਂ ਪਤੀ ਪਤਨੀ ਆ ਰਹੇ ਨੇ, ਬੜੀ ਠਾਕਰ ਦੀ ਪੂਜਾ ਕਰਦੇ ਨੇ ਤੇ ਉਹਨੇ ਕਿਹਾ ਪਾਣੀ। ਜਦੋਂ ਵੇਖਿਆ ਉਹ ਕੋਲੋਂ ਲੰਘੇ, ਉਹਨਾਂ ਕੋਲ ਆਏ, ਉਹਨਾਂ ਵੇਖਿਆ ਕੋਈ ਸਿੰਘ ਹੈ, ਗੁਰੂ ਦਾ ਸਿੱਖ ਹੈ, ਸ਼ਹੀਦ ਜਿਹੜਾ ਸੱਟਾਂ ਲੱਗੀਆਂ ਨੇ। ਤੇ ਉਸ ਸਮੇਂ ਉਹ ਪਾਣੀ ਮੰਗਦਾ ਹੈ, ਪਰ ਉਹ ਕਹਿਣ ਲੱਗੇ ਨਹੀਂ, ਅਸੀਂ ਤਾਂ ਠਾਕਰ ਦਾ ਇਸ਼ਨਾਨ ਕਰਾਉਣਾ, ਪਹਿਲਾਂ ਸੁੱਚਾ ਜਲ ਹੈ, ਅਸੀਂ ਤੈਨੂੰ ਨਹੀਂ ਪਿਆ ਸਕਦੇ। ਉਹ ਪਾਣੀ ਮੰਗਦਾ ਰਿਹਾ, ਇਹਨਾਂ ਨੇ ਨਾ ਦਿੱਤਾ। ਉਹ ਪਾਣੀ ਮੰਗਦਾ ਹੀ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ। ਤੇ ਹੁਣ ਜਦੋਂ ਇਹ ਘਰ ਗਏ, ਇਹਨਾਂ ਨੇ ਜਾ ਕੇ ਇਸ਼ਨਾਨ ਆਦਿ ਕੀਤਾ, ਪਰ ਜਿਵੇਂ ਅੱਗੇ ਇਹਨਾਂ ਦਾ ਮਨ ਜੁੜਦਾ ਸੀ, ਅੱਜ ਨਹੀਂ ਜੁੜਿਆ, ਮਨ ਉਖੜ ਗਿਆ। ਕਈ ਦਿਨ ਲੰਘ ਗਏ, ਪਤਾ ਕੀਤਾ ਵੀ ਉਹ ਸਿੰਘ ਜਿਹੜਾ ਸਿੱਖ ਮਹਾਰਾਜ ਬਾਜਾਂ ਵਾਲੇ ਦਾ ਸਿੱਖ ਸੀ, ਹੁਣ ਮਨ ਟਿਕਦਾ ਨਹੀਂ ਬੜੇ। ਕਿਉਂਕਿ ਜਦੋਂ ਕੋਈ ਸਾਧਨਾ ਕਰਨ ਵਾਲੇ ਦਾ ਮਨ ਨਹੀਂ ਨਾ ਟਿਕਦਾ, ਫਿਰ ਉਹ ਬੜਾ ਦੁਖੀ ਹੁੰਦਾ ਹੈ ਕਿ ਮੇਰਾ ਇਹ ਮਨ ਟਿਕੇ ਕਿਵੇਂ। ਗਲਤੀ ਹੋ ਗਈ, ਉਹਨਾਂ ਨੂੰ ਪਤਾ ਲੱਗ ਗਿਆ ਸਾਡੇ ਕੋਲੋਂ ਗਲਤੀ ਹੋ ਗਈ ਹੈ। ਆ ਗਏ ਅਨੰਦਪੁਰ ਸਾਹਿਬ ਤੇ ਕਹਿੰਦੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਿਲਣਾ ਹੈ। ਮਹਾਰਾਜ ਨੇ ਜਵਾਬ ਦੇ ਦਿੱਤਾ ਉਹਨਾਂ ਵੱਲ, ਜਿੱਥੇ ਵੀ ਜਾਇਆ ਕਰਨ ਮਹਾਰਾਜ ਪਾਸਾ ਵੱਟ ਜਾਇਆ ਕਰਨਾ ਤੋਂ। ਫਿਰ ਕਿਸੇ ਨੇ ਦੱਸਿਆ, ਉਹਨਾਂ ਨੇ ਆਪਣੀ ਗਲਤੀ ਮੰਨੀ, ਦੱਸਿਆ ਵੀ ਸਾਡੇ ਕੋਲ ਇਹ ਗੱਲ। ਕਹਿੰਦੇ ਫਿਰ ਤੁਸੀਂ ਇੱਥੇ ਸੇਵਾ ਕਰੋ, ਹੋ ਸਕਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ 'ਤੇ ਪ੍ਰਸੰਨ ਹੋ ਜਾਣ। ਤੇ ਉਹ ਫਿਰ ਉੱਥੇ ਕਾਫੀ ਸਮਾਂ ਇੱਕ ਫੁੱਲਾਂ ਦੀ ਬਗੀਚੀ ਦੇ ਵਿੱਚ ਰਹਿ ਕਰਕੇ ਬੜੇ ਸੋਹਣੇ ਫੁੱਲ ਉਹਨਾਂ ਨੇ ਉਗਾਏ। ਬੜੇ ਸੋਹਣੇ ਤਰੀਕੇ ਦੇ ਨਾਲ ਉਹ ਫੁੱਲ ਰੋਜ਼ ਦਸ਼ਮੇਧ ਪਿਤਾ ਜੀ ਦੇ ਗਲ ਵਿੱਚ ਸਿਰਾ ਪਾਇਆ ਜਾਂਦਾ ਸੀ। ਬੜੇ ਸੋਹਣੇ ਤਰੀਕੇ ਦੇ ਫੁੱਲ ਉਹਨਾਂ ਨੇ ਬੜੀ ਸੇਵਾ ਕਰਨੀ ਕੀਤੀ, ਪਰ ਮਹਾਰਾਜ ਫਿਰ ਵੀ ਉਹਨਾਂ 'ਤੇ ਅਜੇ ਕਿਰਪਾ ਨਹੀਂ ਕੀਤੀ। ਕਾਫੀ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਐਸਾ ਹੋਇਆ ਕਿ ਮਹਾਰਾਜ ਜੀ ਦੇ ਬੈਰਾਗ ਵਿੱਚ 10ਵੇਂ ਪਾਤਸ਼ਾਹ ਉੱਧਰ ਦੀ ਲੰਘੇ ਜਾਂਦੇ ਨੇ। ਪਤਾ ਲੱਗਾ ਮਹਾਰਾਜ ਜੀ ਪਾਸਾ ਵੱਟ ਗਏ। ਉਹ ਬੜੇ ਬੈਰਾਗ ਦੇ ਵਿੱਚ ਆਏ, ਬੇਹੋਸ਼ ਹੋ ਕੇ ਦੋਵੇਂ ਪਤੀ ਪਤਨੀ ਡਿੱਗ ਗਏ ਥੱਲੇ। ਕਿਉਂਕਿ ਪ੍ਰੇਮ ਭਗਤੀ ਬੜੀ ਸੀ, ਪਰ ਗਲਤੀ ਹੋ ਗਈ, ਗਲਤੀ ਕਿਸੇ ਤੋਂ ਵੀ ਹੋ ਜਾਂਦੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਹਨਾਂ ਨੂੰ ਬਖਸ਼ਿਆ। ਤੇ ਮਹਾਰਾਜ ਕਹਿੰਦੇ ਜਦੋਂ ਪਾਣੀ ਮੰਗਦੇ ਸੀ ਉਦੋਂ ਪਾਣੀ ਦਿੱਤਾ ਨਹੀਂ, ਹੁਣ ਮਿੰਨਤਾਂ ਕਰਦੇ ਹੋ। ਸਿੱਖ ਦੇ ਵਿੱਚ ਗੁਰੂ ਵਰਤਦਾ ਹੈ, ਭਾਵ ਪਰਮਾਤਮਾ ਹਰ ਇੱਕ ਜੀਵ ਵਿੱਚ ਵਰਤਦਾ ਹੈ। ਆਪਾਂ ਕਿਸੇ ਦੁਖੀ 'ਤੇ ਦਇਆ ਨਾ ਕਰੀਏ, ਕਿਸੇ ਲੋੜਵੰਦ ਦੀ, ਕੋਈ ਬੰਦਾ ਦੁਖੀ ਉਹਦੀ ਮਦਦ ਨਾ ਕਰੀਏ।
ਹੋਰ ਆਪਾਂ ਬੜਾ ਧਰਮ ਦੇ ਨਾਂ 'ਤੇ ਕਰਮ ਕਾਂਡ ਕਰੀ ਜਾਈਏ, ਬੜੀ ਮਾਇਆ ਲੁਟਾ ਦਈਏ, ਉਹ ਪ੍ਰਵਾਨ ਨਹੀਂ ਹੋਵੇਗੀ। ਕਿਉਂਕਿ ਪਰਮਾਤਮਾ ਕਿੱਥੇ ਵਸਦਾ ਹੈ? ਖਲਕਤ ਦੇ ਵਿੱਚ ਵਸਦਾ ਹੈ, ਦੁਨੀਆ ਦੇ ਵਿੱਚ ਹੀ ਵਸਦਾ ਹੈ। ਅਤੇ ਜੇ ਆਪਾਂ ਦੁਨੀਆ ਨੂੰ ਤਾਂ ਨਰਕਾਰ ਦਈਏ, ਮਹਾਰਾਜ ਨੇ ਵੇਖੋ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਗਏ ਸੱਚਾ ਸੌਦਾ ਖਰਾ ਸੌਦਾ ਕਰਨ ਵਾਸਤੇ, ਭੁੱਖੇ ਸਾਧੂ ਮਿਲ ਗਏ, ਮਹਾਰਾਜ ਜੀ ਨੇ ਉਸ ਸਮੇਂ 20 ਰੁਪਏ ਦਾ ਲੰਗਰ ਲਾ ਦਿੱਤਾ ਉੱਥੇ, ਕਿਉਂਕਿ ਇਹਦੇ ਤੋਂ ਖਰਾ ਸੌਦਾ ਹੋਰ ਕੋਈ ਹੋ ਨਹੀਂ ਸਕਦਾ। ਭਾਵੇਂ ਆਪਣਾ ਦੁਨਿਆਵੀ ਕਾਰੋਬਾਰ ਵਾਸਤੇ ਘਰੋਂ ਗਏ ਨੇ, ਪਿਤਾ ਨੇ ਉਸ ਕੰਮ ਵਾਸਤੇ ਭੇਜਿਆ ਹੈ, ਪਰ ਜੇ ਰੱਬ ਦੀ ਬੰਦਗੀ ਕਰਨ ਵਾਲੇ ਭੁੱਖੇ ਬੈਠੇ ਨੇ ਤੇ ਫਿਰ ਮਹਾਰਾਜ ਕਹਿੰਦੇ ਹੋਰ ਕਿਹੜਾ ਖਰਾ ਸੌਦਾ ਹੋਵੇਗਾ। ਇਹ ਮਹਾਰਾਜ ਨੇ ਆਪਣੇ ਸਿੱਖ ਨੂੰ ਨੇਮ ਦੇਤਾ, ਲੰਗਰ ਵੇਖੋ ਛਕੇ, ਲੰਗਰ ਵਿੱਚ ਕੋਈ ਨੇਮ ਨਹੀਂ ਹੈ, ਕੋਈ ਨਿਤਨੇਮ ਕਰਦਾ ਜਾਂ ਨਹੀਂ ਕਰਦਾ, ਕੋਈ ਗੁਰਮੁਖ ਹੈ, ਮਨਮੁਖ ਹੈ, ਪਾਪੀ ਹੈ, ਪੁੰਨੀ ਹੈ, ਕੋਈ ਪਾਬੰਦੀ ਨਹੀਂ, ਜਿਹੜਾ ਮਰਜ਼ੀ ਆ ਕੇ ਲੰਗਰ ਛਕੇ। ਮਹਾਰਾਜ ਨੇ ਰੋਕਿਆ ਨਹੀਂ, ਸਾਰਿਆਂ 'ਤੇ ਦਇਆ ਕੀਤੀ ਕਿ ਗੁਰੂ ਦਾ ਲੰਗਰ ਕੜਾਹ ਪ੍ਰਸ਼ਾਦੀ ਦੇਗ ਵਰਤਣੀ ਹੈ। ਦੇਗ ਵਰਤਾਉਣ ਵਾਲੇ ਸਿੰਘ ਨੇ ਇਹ ਨਹੀਂ ਪੁੱਛਣਾ ਤੂੰ ਨਿਤਨੇਮ ਕੀਤਾ ਕਿ ਨਹੀਂ ਕੀਤਾ, ਤੂੰ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ, ਤੂੰ ਨਾਮ ਜਪਦਾ ਕਿ ਨਹੀਂ ਜਪਦਾ, ਸਾਰਿਆਂ ਨੂੰ ਬਰਾਬਰ। ਇਹ ਮਹਾਰਾਜ ਨੇ ਕਿਰਪਾ ਕੀਤੀ, ਸਾਨੂੰ ਅਸੂਲ ਦਿੱਤੇ ਨੇ, ਬਖਸ਼ਿਸ਼ ਕੀਤੀ ਹੈ ਕਿ ਵਾਹਿਗੁਰੂ ਪਰਮਾਤਮਾ ਸਾਰਿਆਂ ਦੇ ਵਿੱਚ ਵਸਦਾ ਹੈ, ਉਹਨੂੰ ਸਾਰਿਆਂ ਵਿੱਚੋਂ ਵੇਖਣਾ ਕਰ। ਭਗਤ ਨਾਮਦੇਵ ਜੀ ਕਹਿੰਦੇ ਜਲ ਲਿਆਂਦਾ, ਲਿਆ ਕੇ ਠਾਕਰ ਦੀ ਪੂਜਾ ਕਰਾਂ, ਨਾਲ ਅੱਗੇ ਬਚਨ ਆ ਦਿੱਤਾ 42 ਲੱਖ ਦੀ ਜਲ ਮੈਂ ਹੋਤੇ, ਬੀਟਲ ਪਹਿਲਾ ਕਾਏ ਕਰੋ। ਮੈਂ ਲਿਆ ਕੇ ਇੱਕ ਘੜਾ ਪਾਣੀ ਦਾ ਕਿਉਂ ਠਾਕਰ ਨੂੰ ਇਸ਼ਨਾਨ ਕਰਾਵਾਂ? ਕਿਉਂਕਿ 42 ਲੱਖ ਜੂਨੀਆਂ ਦੇ ਜੀਵ ਜੰਤੂ ਪਾਣੀ ਵਿੱਚ ਨੇ, 21 ਲੱਖ ਜੂਨੀਆਂ ਦੇ ਜੀਵ ਜੰਤੂ ਧਰਤੀ 'ਤੇ ਨੇ, 21 ਲੱਖ ਜੂਨੀਆਂ ਦੇ ਜੀਵ ਜੰਤੂ ਆਕਾਸ਼ਚਾਰੀ ਨੇ, 84 ਲੱਖ ਜੂਨੀਆਂ ਇੱਦਾਂ ਪੂਰੀਆਂ ਹੁੰਦੀਆਂ ਨੇ। 42 ਲੱਖ ਜੂਨੀਆਂ ਦੇ ਜੀਵ ਜੰਤੂ ਕੇਵਲ ਪਾਣੀ ਵਿੱਚ ਰਹਿਣ ਵਾਲੇ ਨੇ। ਅਤੇ ਭਗਤ ਨਾਮਦੇਵ ਜੀ ਕਹਿੰਦੇ ਰੱਬ ਤਾਂ ਉਹਨਾਂ ਦੇ ਵਿੱਚ ਵੀ, ਉਹ ਪਰਮਾਤਮਾ ਵਾਹਿਗੁਰੂ ਉਹਨਾਂ ਦੇ ਵਿੱਚ ਬੈਠਾ ਹੋਇਆ, ਉਹ ਤਾਂ ਹਰ ਸਮੇਂ ਇਸ਼ਨਾਨ ਕਰ ਰਿਹਾ ਹੈ, ਅਤੇ ਸਾਨੂੰ ਇੱਕ ਘੜੇ ਪਾਣੀ ਨਾਲ ਲਿਆ ਕੇ ਇਸ਼ਨਾਨ ਕਰਾਉਣ ਦੀ ਕੀ ਲੋੜ ਪਈ ਹੈ? ਭਾਵ ਇਸ ਤਰ੍ਹਾਂ ਦੇ ਕਰਮ ਕਾਂਡ ਕਰਨ ਦੀ ਲੋੜ ਨਹੀਂ, ਉਹਨੂੰ ਮਿਲਣ ਦਾ ਤਰੀਕਾ ਇੱਕੋ ਹੈ, ਸ਼ਬਦ ਬਾਣੀ। ਜਤਰ ਜਾਓ ਤਤ ਬੀਠਲ ਪਹਿਲਾ, ਮਹਾ ਆਨੰਦ ਕਰੇ ਸਦ ਕੇਲਾ। ਜਿੱਧਰ ਵੀ ਜਾਵਾਂ ਉਹ ਵਾਹਿਗੁਰੂ ਪਰਮਾਤਮਾ ਬੈਠਾ ਹੋਇਆ ਵਸ ਰਿਹਾ ਹੈ, ਸਾਰੇ ਪਾਸੇ ਮੌਜੂਦ ਹੈ। ਪਹਿਲਾ ਦਾ ਅਰਥ ਹੈ ਮੌਜੂਦ ਹੋਣਾ। ਮਹਾ ਆਨੰਦ ਕਰੇ ਸਦ ਕੇਲਾ, ਉਹ ਸਾਰਿਆਂ ਵਿੱਚ ਵਰਤਦਾ ਹੋਇਆ ਮਹਾ ਆਨੰਦ ਕੇਲਾ ਕਰ ਰਿਹਾ ਹੈ, ਵਰਤਾ ਰਿਹਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਆਨੀ ਲੈ ਫੂਲ ਪਰੋਈ ਲੈ ਮਾਲਾ, ਠਾਕਰ ਕੀਓ ਪੂਜ ਕਰੋ। ਕੀਮਤੀ ਫੁੱਲ ਤੋੜ ਕੇ ਲਿਆ ਕੇ ਮਾਲਾ ਬਣਾ ਕੇ ਠਾਕਰ ਦੀ ਪੂਜਾ ਕਰਨ ਵਾਸਤੇ ਉਹ ਲਿਆਵਾਂ, ਮਾਲਾ ਬਣਾ ਲਵਾਂ। ਪਹਿਲੇ ਬਾਸ ਲਈਏ ਭਵਰੈ ਬੀਠਲ ਪਹਿਲਾ ਕਾਏ ਕਰੋ। ਪਰ ਵਾਹਿਗੁਰੂ ਤਾਂ ਪਹਿਲਾਂ ਹੀ ਉਹਨਾਂ ਫੁੱਲਾਂ ਦੀ ਸੁਗੰਧੀ ਲੈ ਚੁੱਕਿਆ ਹੈ। ਕਿਵੇਂ? ਉਹ ਜਿਹੜੇ ਭਵਰੇ ਫੁੱਲਾਂ 'ਤੇ ਮੰਡਰਾਉਂਦੇ ਨੇ, ਉਹਨਾਂ ਭਵਰਿਆਂ ਵਿੱਚ ਕੌਣ ਹੈ? ਰੱਬ ਹੀ ਤਾਂ ਹੈ, ਪਰਮਾਤਮਾ ਹੀ ਤਾਂ ਹੈ। ਆਪਾਂ ਥੋੜ੍ਹਾ ਜਿਹਾ ਇੱਕ ਘੜਾ ਪਾਣੀ ਲਿਆ ਕੇ ਇਸ਼ਨਾਨ ਕਰਾਉਣਾ, ਅਤੇ ਮੱਛੀ ਆਦਿ ਜੀਵ ਜੰਤੂ ਪਾਣੀ ਵਿੱਚ ਹਰ ਸਮੇਂ ਇਸ਼ਨਾਨ ਕਰ ਰਹੇ ਨੇ, ਉਹਨਾਂ ਵਿੱਚ ਕੌਣ ਹੈ? ਉਹਨਾਂ ਵਿੱਚ ਵੀ ਤਾਂ ਰੱਬ ਹੀ ਵਰਤ ਰਿਹਾ, ਹਰ ਸਮੇਂ ਇਸ਼ਨਾਨ ਕਰ ਰਿਹਾ। ਉਹ ਫੁੱਲਾਂ ਦੀ ਸੁਗੰਧੀ ਭਵਰੇ ਲੈ ਰਹੇ ਨੇ ਹਰ ਸਮੇਂ, ਤੋ ਵਾਹਿਗੁਰੂ ਭਵਰਿਆਂ ਦੇ ਰੂਪ ਵਿੱਚ ਹੋ ਕਰਕੇ ਉਹ ਸੁਗੰਧੀ ਲੈ ਰਿਹਾ। ਇਸ ਕਰਕੇ ਸਾਨੂੰ ਫੁੱਲ ਤੋੜ ਕੇ ਲਿਆਵਣ ਦੀ, ਇਸ ਤਰ੍ਹਾਂ ਦਾ ਕਰਮ ਕਾਂਡ ਦੀ ਕਰਨ ਦੀ ਲੋੜ ਨਹੀਂ ਹੈ। ਅਸਲ ਵਿੱਚ ਭਗਤ ਨਾਮਦੇਵ ਜੀ ਫਰਮਾਉਂਦੇ, ਜਿਹੜੇ ਲੋਕ ਇਸ ਕਰਮ ਨੂੰ ਹੀ ਵੱਡਾ ਸਮਝ ਲੈਂਦੇ ਨੇ, ਵੈਸੇ ਆਪਾਂ ਫੁੱਲ ਲਿਆ ਕੇ ਭੇਟਾ ਕਰੀਏ ਕੋਈ ਮਾੜੀ ਗੱਲ ਨਹੀਂ, ਪਰ ਜੇ ਆਪਾਂ ਸੋਚ ਲਈਏ ਇਹੀ ਕਰਮ ਬਹੁਤ ਵੱਡਾ ਹੈ ਤਾਂ ਇਹ ਭੁਲੇਖਾ ਹੈ। ਕਿਉਂਕਿ ਪਰਮਾਤਮਾ ਤਾਂ ਸਾਰੇ ਪਾਸੇ ਵਰਤ ਰਿਹਾ ਹੈ। ਆਨੀ ਲੈ ਦੂਲ ਰਧਾਇ ਲੈ ਖੀਰੰਗ, ਠਾਕੁਰ ਕੋ ਨਿਵੇਦ ਕਰੋ। ਫਿਰ ਆਪਾਂ ਕਹਿੰਦੇ ਦੁੱਧ ਦਾ ਭੋਗ ਲੱਗਦਾ ਜਾਂ ਖੀਰ ਦਾ, ਕਹਿੰਦੇ ਦੁੱਧ ਲਿਆ ਕੇ ਖੀਰ ਰਿੰਨਾ ਅਤੇ ਠਾਕੁਰ ਦੇ ਅੱਗੇ ਤਿਆਰ ਕਰਕੇ ਰੱਖਾਂ। ਪਹਿਲੇ ਦੂਧ ਬਿਟਾਰਿਓ ਬਛਰੈ ਬੀਠਲ ਪਹਿਲਾ ਕਾਏ ਕਰੋ। ਪਰ ਉਸ ਦੁੱਧ ਨੂੰ ਤਾਂ ਪਹਿਲਾਂ ਹੀ ਭੋਗ ਰੱਬ ਲਾ ਚੁੱਕਾ ਹੈ। ਜਿਹੜੇ ਗਊਆਂ ਦੇ, ਮੱਝਾਂ ਦੇ ਬਛੜੇ ਨੇ, ਬੱਚੇ ਨੇ,
ਉਹਨਾਂ ਵਿੱਚ ਵੀ ਤਾਂ ਜੋਤ ਰੱਬ ਦੀ ਹੈ, ਵਾਹਿਗੁਰੂ ਨਿਰੰਕਾਰ ਦੀ ਹੈ। ਇਸ ਕਰਕੇ ਉਸ ਵਾਹਿਗੁਰੂ ਦੇ ਅੱਗੇ ਮੈਂ ਐਸੀ ਤੁਛ ਭੇਟਾ ਨਹੀਂ ਰੱਖਾਂਗਾ। ਈਬੈ ਬੀਠਲ ਊਬੈ ਬੀਠਲ ਬੀਠਲ ਬਿਨ ਸੰਸਾਰਣੀ। ਉੱਤੇ ਹੇਠਾਂ ਸਾਰੇ ਪਾਸਿਓ ਰੱਬ ਹੀ ਰੱਬ ਹੈ, ਉਹਦੇ ਬਿਨਾਂ ਸੰਸਾਰ ਹੈ ਹੀ ਨਹੀਂ। ਥਾਨ ਤਨੰਤਰ ਨਾਮਾ ਪਰਣਵੈ ਪੂਰ ਰਿਓ ਤੂੰ ਸਰਬਮਈ। ਸਾਰੀਆਂ ਥਾਵਾਂ 'ਤੇ ਬਿਨਾਂ ਅੰਤਰ ਦੇ ਵਾਹਿਗੁਰੂ ਨਿਰੰਕਾਰ ਤੂੰ ਵਰਤ ਰਿਹਾ ਹੈ। ਨਾਮਦੇਵ ਬੇਨਤੀ ਕਰਦਾ ਹੈ ਕਿ ਹੇ ਮਾਲਕ ਵਾਹਿਗੁਰੂ, ਤੂੰ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੋ ਕੇ ਵਰਤ ਰਿਹਾ ਹੈ, ਅਤੇ ਕਿਰਪਾ ਕਰ ਆਪਣੇ ਦਰਸ਼ਨ ਦਿਦਾਰੇ ਇੱਦਾਂ ਹੀ ਬਖਸ਼ਦਾ ਰਹਿ। ਆਪਣੀ ਇਸੇ ਤਰ੍ਹਾਂ ਰਹਿਮਤ ਬਣਾ ਕੇ ਰੱਖ। ਤੂੰ ਸਾਰੇ ਪਾਸੇ ਪਰਿਪੂਰਨ ਹੋ ਕੇ ਬਿਨਾਂ ਅੰਤਰ ਦੇ ਵਰਤ ਰਿਹਾ ਹੈ। ਸਤਿਗੁਰੂ ਜੀ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।